ਸਤਿ ਸ਼੍ਰੀ ਅਕਾਲ। ਪੰਜਾਬੀ ਸਕੂਲ ਵਿੱਚ ਤੁਹਾਡਾ ਸਵਾਗਤ ਹੈ। ਅੱਜ ਆਪਾਂ ਕਰਾਂਗੇ 6ਵੀਂ ਜਮਾਤ ਪੰਜਾਬੀ ਦੂਜੀ ਭਾਸ਼ਾ ਦੀ ਕਿਤਾਬ ਵਿੱਚੋਂ ਇੱਕ ਕਹਾਣੀ ਹਰਿਆਵਲ, ਜਿਸ ਦੇ ਲੇਖਕ ਹਨ ਦਰਸ਼ਨ ਸਿੰਘ ਬਨੂੜ ਜੀ। ਹਰਿਆਵਲ ਕਹਾਣੀ ਸਾਡੇ ਜੀਵਨ ਵਿੱਚ ਰੁੱਖਾਂ ਦੀ ਮਹੱਤਤਾ 'ਤੇ ਚਾਨਣਾ ਪਾਉਂਦੀ ਹੈ ਅਤੇ ਬਹੁਤ ਹੀ ਵਧੀਆ ਤਰੀਕੇ ਨਾਲ ਦੋ ਸਕੂਲ ਵਿੱਚ ਪੜ੍ਹਦੇ ਹੋਏ ਭੈਣ ਭਰਾਵਾਂ ਦੀ ਕਹਾਣੀ ਨੂੰ ਲੈ ਕੇ ਸਾਨੂੰ ਰੁੱਖਾਂ ਦੀ ਮਹੱਤਤਾ ਸਮਝਾਈ ਗਈ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਇਹ ਕਹਾਣੀ ਨੂੰ ਪੜ੍ਹਾਂਗੇ, ਸਮਝਾਂਗੇ ਅਤੇ ਉਸ ਤੋਂ ਬਾਅਦ ਆਪਾਂ ਇਸ ਦਾ ਅਭਿਆਸ ਹੱਲ ਕਰਾਂਗੇ। ਤਾਂ ਕਹਾਣੀ ਸ਼ੁਰੂ ਕਰਦੇ ਹਾਂ। ਮਨੀ ਅਤੇ ਕਰਨ ਦੋਵੇਂ ਭੈਣ ਭਰਾ ਇੱਕ ਹੀ ਸਕੂਲ ਵਿੱਚ ਪੜ੍ਹਦੇ ਸਨ। ਮਨੀ 6ਵੀਂ ਜਮਾਤ ਵਿੱਚ ਪੜ੍ਹਦੀ ਸੀ ਅਤੇ ਕਰਨ 4ਥੀ ਜਮਾਤ ਵਿੱਚ ਪੜ੍ਹਦਾ ਸੀ। ਕਰਨ ਪੜ੍ਹਾਈ ਵਿੱਚ ਕਮਜ਼ੋਰ ਅਤੇ ਸ਼ਰਾਰਤਾਂ ਵਿੱਚ ਸਭ ਤੋਂ ਅੱਗੇ ਸੀ। ਮਨੀ ਵੀ ਬੇਸ਼ੱਕ ਸ਼ਰਾਰਤੀ ਸੀ, ਪਰ ਉਹ ਪੜ੍ਹਾਈ ਵਿੱਚ ਹੁਸ਼ਿਆਰ ਸੀ। ਪੜ੍ਹਾਈ ਵਿੱਚ ਅਵਲ ਹੋਣ ਕਰਕੇ ਉਸ ਦੀਆਂ ਸ਼ਰਾਰਤਾਂ ਅਕਸਰ ਨਜ਼ਰ ਅੰਦਾਜ਼ ਕਰ ਦਿੱਤੀਆਂ ਜਾਂਦੀਆਂ ਸਨ। ਦੋਵੇਂ ਭੈਣ ਭਰਾ ਨਿੱਕੀ ਨਿੱਕੀ ਗੱਲ ਤੋਂ ਝਗੜਾ ਕਰਦੇ, ਪਰ ਫਿਰ ਥੋੜ੍ਹੀ ਦੇਰ ਬਾਅਦ ਇਕੱਠੇ ਹੋ ਜਾਂਦੇ। ਪਿਛਲੇ ਹਫ਼ਤੇ ਕਰਨ ਦਾ ਜਨਮ ਦਿਨ ਸੀ। ਉਸਨੇ ਆਪਣੇ ਦੋਸਤਾਂ ਨੂੰ ਘਰ ਬੁਲਾ ਕੇ ਖੂਬ ਮੌਜ ਮਸਤੀ ਕੀਤੀ। ਕੇਕ, ਪੇਸਟਰੀਆਂ, ਚਾਕਲੇਟ, ਟੌਫੀਆਂ ਅਤੇ ਹੋਰ ਸੌਦਾ ਪੱਤਰ ਉਸਨੇ ਪਹਿਲਾਂ ਹੀ ਆਪਣੇ ਚਾਚਾ ਜੀ ਤੋਂ ਮੰਗਵਾ ਲਿਆ ਸੀ। ਮੰਮੀ, ਮੈਂ ਵੀ ਆਪਣਾ ਜਨਮ ਦਿਨ ਪੂਰੀ ਧੂਮ-ਧਾਮ ਨਾਲ ਮਨਾਵਾਂਗੀ, ਮਨੀ ਨੇ ਕਰਨ ਦੇ ਜਨਮ ਦਿਨ ਦੇ ਕੇਕ 'ਤੇ ਮੋਮਬੱਤੀਆਂ ਜਗਾਉਂਦਿਆਂ ਕਿਹਾ। ਮਨੀ ਦੀ ਮੰਮੀ ਰਸੋਈ ਵਿੱਚ ਕੰਮ ਕਰਦਿਆਂ ਬੋਲੀ, ਮਨੀ, ਤੂੰ ਤਾਂ ਸਿਆਣੀ ਹੈ ਬੇਟਾ। ਤੈਨੂੰ ਤਾਂ ਪਤਾ ਹੀ ਹੈ ਕਿ ਕਰਨ ਬਹੁਤ ਜ਼ਿੱਦੀ ਹੈ। ਇਹ ਤਾਂ ਅਮੀਰਾਂ ਦੇ ਚੋਚਲੇ ਨੇ। ਬਰਥਡੇ ਜਿੰਨੇ ਪੈਸੇ ਤੁਸੀਂ ਇਹਨਾਂ ਫਜ਼ੂਲ ਦੀਆਂ ਚੀਜ਼ਾਂ 'ਤੇ ਖਰਚੇ ਹਨ, ਕੋਈ ਪੜ੍ਹਾਈ ਦਾ ਸਮਾਨ ਲੈ ਲੈਂਦੇ। ਹਾਂ, ਮੇਰੀ ਵਾਰੀ ਨੂੰ ਇਹ ਚੀਜ਼ਾਂ ਫਜ਼ੂਲ ਲੱਗਦੀਆਂ ਨੇ, ਮਨੀ ਥੋੜ੍ਹਾ ਨਾਰਾਜ਼ ਹੁੰਦਿਆਂ ਬੋਲੀ। ਮੈਂ ਪਾਪਾ ਨਾਲ ਗੱਲ ਕਰਾਂਗੀ। ਤੁਸੀਂ ਤਾਂ ਹਮੇਸ਼ਾ ਕਰਨ ਦਾ ਹੀ ਪੱਖ ਲੈਂਦੇ ਹੋ। ਸਕੂਲ ਵਾਲਾ ਬੈਗ ਚੁੱਕ ਕੇ ਮਨੀ ਡਰਾਇੰਗ ਰੂਮ ਵਿੱਚ ਬੈਠ ਕੇ ਹੋਮਵਰਕ ਕਰਨ ਲੱਗੀ। ਪਾਪਾ ਦੀ ਆਵਾਜ਼ ਸੁਣਦਿਆਂ ਹੀ ਉਹ ਦੌੜ ਕੇ ਉਹਨਾਂ ਕੋਲ ਜਾ ਕੇ ਬੋਲੀ, ਪਾਪਾ, ਮੈਂ ਵੀ ਕਰਨ ਵਾਂਗ ਆਪਣਾ ਜਨਮ ਦਿਨ ਮਨਾਵਾਂਗੀ ਅਤੇ ਆਪਣੀਆਂ ਸਹੇਲੀਆਂ ਨੂੰ ਘਰੇ ਬੁਲਾਵਾਂਗੀ। ਤਾਂ ਕਰਨ ਤੇ ਮਨੀ ਦੋਨੇ ਭੈਣ ਭਰਾ ਹਨ। ਕਰਨ ਨੇ ਆਪਣਾ ਜਨਮ ਦਿਨ ਮਨਾਇਆ ਅਤੇ ਮਨੀ ਵੀ ਉਸੇ ਤਰ੍ਹਾਂ ਆਪਣੀਆਂ ਸਹੇਲੀਆਂ ਨੂੰ ਘਰ ਬੁਲਾ ਕੇ ਆਪਣਾ ਜਨਮ ਦਿਨ ਮਨਾਉਣਾ ਚਾਹੁੰਦੀ ਹੈ। ਕੋਈ ਨਾ ਪੁੱਤਰ, ਦੇਖ ਲਵਾਂਗੇ ਜਦੋਂ ਤੇਰਾ ਜਨਮ ਦਿਨ ਆਊ। ਅਜੇ ਤਾਂ ਬਹੁਤ ਦਿਨ ਪਏ ਨੇ। ਪਾਪਾ, ਦਿਨ ਕਿੱਥੇ ਨੇ? 21 ਜੁਲਾਈ ਕਿਹੜਾ ਦੂਰ ਹੈ? ਆਹ ਦੇਖੋ, ਜੂਨ ਤਾਂ ਅੱਧਾ ਲੰਘ ਗਿਆ ਹੈ। ਬਸ ਰਹਿ ਗਏ। ਉਹ ਕੈਲੰਡਰ ਵੱਲ ਦੇਖਦੀ ਉਂਗਲਾਂ 'ਤੇ ਦਿਨ ਗਿਣਨ ਲੱਗ ਪਈ। ਉਂਗਲਾਂ 'ਤੇ ਦਿਨ ਗਿਣਨਾ ਮਤਲਬ ਦਿਨਾਂ ਦੀ ਕਾਊਂਟਿੰਗ ਕਰਨਾ, ਗਿਣਤੀ ਕਰਨਾ। ਸੁਣੋ ਜੀ, ਦੋਵੇਂ ਭੈਣ ਭਰਾ ਸਵੇਰ ਦੇ ਲੜੀ ਜਾਂਦੇ ਨੇ ਜਨਮ ਦਿਨ ਮਨਾਉਣ ਪਿੱਛੇ। ਮੈਂ ਮਨੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਉਹ ਤਾਂ ਬੱਚਾ ਹੈ, ਤੂੰ ਤਾਂ ਸਿਆਣੀ ਹੋ ਗਈ ਹੈ। ਮਨੀ ਦੀ ਮੰਮੀ ਨੇ ਉਸਦੇ ਪਾਪਾ ਨੂੰ ਪਾਣੀ ਦਾ ਗਲਾਸ ਫੜਾਉਂਦਿਆਂ ਕਿਹਾ, ਚੱਲ ਕੋਈ ਨਾ, ਜਦੋਂ ਜਨਮ ਦਿਨ ਆਊ ਦੇਖ ਲਵਾਂਗੇ। ਕੁਝ ਦਿਨਾਂ ਬਾਅਦ ਹਰ ਰੋਜ਼ ਦੀ ਤਰ੍ਹਾਂ ਦੋਵੇਂ ਭੈਣ ਭਰਾ ਸਕੂਲ ਜਾਣ ਲਈ ਤਿਆਰ ਹੋ ਰਹੇ ਸਨ। ਸਕੂਲ ਵਾਲਾ ਬੈਗ ਮੋਢੇ 'ਚ ਪਾਉਂਦਿਆਂ ਮਨੀ ਬੋਲੀ, ਪਾਪਾ, ਕੱਲ੍ਹ ਨੂੰ ਸਾਡੇ ਸਕੂਲ ਵਿੱਚ ਵਣ ਮਹਾਉਤਸਵ ਮਨਾਇਆ ਜਾਣਾ ਹੈ। ਮੈਂ ਵੀ ਰੁੱਖਾਂ ਬਾਰੇ ਇੱਕ ਕਵਿਤਾ ਪੜ੍ਹਨੀ ਹੈ। ਪੰਜਾਬੀ ਵਾਲੇ ਅਧਿਆਪਕ ਨੇ ਇਸ ਬਾਰੇ ਕੇਵਲ ਮੈਨੂੰ ਹੀ ਕਿਹਾ ਹੈ। ਸ਼ਾਬਾਸ਼ ਬੇਟਾ, ਇਹ ਤਾਂ ਬਹੁਤ ਚੰਗੀ ਗੱਲ ਹੈ। ਸਕੂਲ ਦੀ ਹਰ ਗਤੀਵਿਧੀ ਵਿੱਚ ਹਿੱਸਾ ਲੈਣਾ ਜ਼ਰੂਰੀ ਹੈ ਜਾਂ ਹਿੱਸਾ ਜ਼ਰੂਰ ਲੈਣਾ ਚਾਹੀਦਾ ਹੈ। ਗਤੀਵਿਧੀ ਮਤਲਬ ਐਕਟੀਵਿਟੀ, ਜੋ ਵੀ ਤੁਹਾਡੇ ਸਕੂਲ 'ਚ ਕੋਈ ਵੀ ਐਕਟੀਵਿਟੀ ਹੋਵੇ, ਕੋਈ ਵੀ ਫੰਕਸ਼ਨ ਹੋਵੇ, ਕੋਈ ਵੀ ਤੁਹਾਨੂੰ ਕਿਸੇ ਚੀਜ਼ 'ਚ ਪਾਰਟੀਸਪੇਟ ਕਰਨ ਲਈ ਕਿਹਾ ਜਾਵੇ ਤਾਂ ਉਹਦੇ ਵਿੱਚ ਪਾਰਟ ਲੈਣਾ ਚਾਹੀਦਾ, ਉਹਦੇ ਵਿੱਚ ਭਾਗ ਲੈਣਾ ਚਾਹੀਦਾ ਹੈ। ਸਕੂਲ ਦੇ ਗੇਟ 'ਤੇ ਛੱਡਦਿਆਂ ਉਸਦੇ ਪਾਪਾ ਨੇ ਦੋਹਾਂ ਬੱਚਿਆਂ ਨੂੰ ਬਾਏ ਕਰਦਿਆਂ ਕਿਹਾ। ਮਨੀ ਅਤੇ ਕਰਨ ਦੋਵੇਂ ਆਪੋ ਆਪਣੀਆਂ ਜਮਾਤਾਂ ਵਿੱਚ ਚਲੇ ਗਏ। ਮਨੀ ਦਾ ਪਹਿਲਾ ਪੀਰੀਅਡ ਪੰਜਾਬੀ ਦਾ ਸੀ। ਅਧਿਆਪਕ ਨੇ ਜਮਾਤ ਵਿੱਚ ਪ੍ਰਵੇਸ਼ ਕੀਤਾ। ਸਾਰੇ ਬੱਚਿਆਂ ਨੇ ਖੜ੍ਹੇ ਹੋ ਕੇ ਉਹਨਾਂ ਦਾ ਸਵਾਗਤ ਕੀਤਾ। ਅਧਿਆਪਕ ਗੁਰਦੀਪ ਜੀ ਨੇ ਆਪਣਾ ਭਾਸ਼ਣ ਸ਼ੁਰੂ ਕਰਦਿਆਂ ਕਿਹਾ, ਦੇਖੋ ਬੱਚਿਓ, ਕੱਲ੍ਹ ਨੂੰ ਆਪਾਂ ਆਪਣੇ ਸਕੂਲ ਵਿੱਚ
ਵਣ ਮਹਾਉਤਸਵ ਮਨਾਉਣਾ ਹੈ। ਵੱਧ ਤੋਂ ਵੱਧ ਪੌਦੇ ਲਾਉਣੇ ਹਨ। ਰੁੱਖਾਂ ਦਾ ਸਾਡੇ ਜੀਵਨ ਵਿੱਚ ਬੜਾ ਮਹੱਤਵ ਹੈ। ਰੁੱਖਾਂ ਤੋਂ ਬਿਨਾਂ ਸਾਡਾ ਜੀਵਨ ਅਧੂਰਾ ਹੈ। ਰੁੱਖ ਸਾਨੂੰ ਫਲ ਅਤੇ ਠੰਡੀਆਂ ਛਾਵਾਂ ਦਿੰਦੇ ਹਨ। ਬੇਸਮਝ ਨੇ ਉਹ ਲੋਕ ਜਿਹੜੇ ਹਰੇ ਭਰੇ ਰੁੱਖਾਂ ਨੂੰ ਕੱਟਦੇ ਹਨ। ਸਾਨੂੰ ਸਾਰਿਆਂ ਨੂੰ ਆਪਣੇ ਜਨਮ ਦਿਨ ਮੌਕੇ ਇੱਕ ਰੁੱਖ ਜ਼ਰੂਰ ਲਾਉਣਾ ਚਾਹੀਦਾ ਹੈ। ਇਹਨਾਂ ਨਾਲ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ੁੱਧ ਵਾਤਾਵਰਨ ਮਿਲ ਸਕੇਗਾ। ਪੰਜਾਬੀ ਅਧਿਆਪਕ ਗੁਰਦੀਪ ਸਿੰਘ ਜੀ ਕਿੰਨੀਆਂ ਸਾਰੀਆਂ ਗੱਲਾਂ ਕਹਿ ਗਏ, ਤਾਂ ਅਧਿਆਪਕ ਨੇ ਉਹਨਾਂ ਨੂੰ ਰੁੱਖਾਂ ਦੇ ਮਹੱਤਵ ਬਾਰੇ ਬਹੁਤ ਸਾਰੀਆਂ ਗੱਲਾਂ ਦੱਸੀਆਂ। ਮਨੀ, ਤੂੰ ਰੁੱਖਾਂ ਵਾਲੀ ਕਵਿਤਾ ਯਾਦ ਕਰ ਲਈ? ਹਾਂ ਜੀ, ਸੁਣਾਵਾਂ? ਮਨੀ ਨੇ ਰੁੱਖਾਂ ਵਾਲੀ ਕਵਿਤਾ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤੀ। ਜਮਾਤ ਦਾ ਕਮਰਾ ਤਾੜੀਆਂ ਨਾਲ ਗੂੰਜ ਉੱਠਿਆ। ਸ਼ਾਬਾਸ਼ ਬੇਟਾ, ਬਹਿ ਜਾ, ਅਧਿਆਪਕ ਗੁਰਦੀਪ ਜੀ ਨੇ ਮਨੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ। ਅਧਿਆਪਕ ਦੀਆਂ ਕਈਆਂ ਗੱਲਾਂ ਮਨੀ ਦੀ ਸਮਝ ਆ ਗਈਆਂ ਸਨ। 20 ਜੁਲਾਈ ਨੂੰ ਰਾਤੀ ਖਾਣੇ ਦੇ ਟੇਬਲ 'ਤੇ ਬੈਠਿਆਂ ਮਨੀ ਦੇ ਪਾਪਾ ਨੇ ਕਿਹਾ, ਮਨੀ ਬੇਟਾ, ਕੱਲ੍ਹ ਨੂੰ 21 ਜੁਲਾਈ ਹੈ। ਤੂੰ ਮੈਨੂੰ ਆਪਣੇ ਸਮਾਨ ਦੀ ਲਿਸਟ ਨਹੀਂ ਦਿੱਤੀ। ਕੀ ਤੈਨੂੰ ਆਪਣਾ ਜਨਮ ਦਿਨ ਯਾਦ ਨਹੀਂ? ਨਹੀਂ ਪਾਪਾ, ਯਾਦ ਹੈ ਮੈਨੂੰ ਆਪਣਾ ਜਨਮ ਦਿਨ। ਮਨੀ ਨੇ ਸਕੂਲ ਬੈਗ ਨੂੰ ਫਰੋਲਦਿਆਂ ਇੱਕ ਕਾਗਜ਼ ਦਾ ਟੁਕੜਾ ਆਪਣੇ ਪਾਪਾ ਦੇ ਹੱਥ 'ਤੇ ਰੱਖਦਿਆਂ ਕਿਹਾ। ਮਨੀ, ਆ ਕੀ ਪੁੱਤਰ? ਉਸ ਦੇ ਪਾਪਾ ਨੇ ਕਾਗਜ਼ 'ਤੇ ਲਿਖੀਆਂ ਵਸਤਾਂ ਨੂੰ ਪੜ੍ਹਦਿਆਂ ਕਿਹਾ। ਇਸ 'ਤੇ ਤਾਂ ਰੁੱਖਾਂ ਦੇ ਨਾਂ ਲਿਖੇ ਹੋਏ ਹਨ। ਖਾਣ ਪੀਣ ਵਾਲੇ ਸਮਾਨ ਦੀ ਲਿਸਟ ਕਿੱਥੇ ਹੈ? ਮਨੀ ਨੇ ਥੋੜ੍ਹਾ ਗੰਭੀਰ ਹੁੰਦਿਆਂ ਕਿਹਾ, ਨਹੀਂ ਪਾਪਾ, ਇਸ ਵਾਰ ਟੌਫੀਆਂ, ਚਾਕਲੇਟ ਨਹੀਂ, ਸਿਰਫ ਮੈਨੂੰ ਇਹ ਪੌਦੇ ਹੀ ਚਾਹੀਦੇ ਹਨ। ਮੈਂ ਆਪਣੇ ਜਨਮ ਦਿਨ 'ਤੇ ਇਹਨਾਂ ਪੌਦਿਆਂ ਨੂੰ ਹੀ ਸਕੂਲ ਵਿੱਚ ਲਾਵਾਂਗੀ। ਮਨੀ ਦੇ ਪਾਪਾ ਨੇ ਉਸ ਨੂੰ ਕੁੱਟ ਕੇ ਗਲਵੱਕੜੀ ਪਾ ਲਈ ਅਤੇ ਸ਼ਾਬਾਸ਼ ਦਿੰਦਿਆਂ ਕਿਹਾ, ਵਾਹ ਪੁੱਤਰਾ, ਜੇਕਰ ਤੇਰੇ ਵਾਂਗ ਹਰ ਇੱਕ ਬੱਚਾ ਆਪੋ ਆਪਣੇ ਜਨਮ ਦਿਨ 'ਤੇ ਇੱਕ ਪੌਦਾ ਲਾਉਣ ਦਾ ਪ੍ਰਣ ਕਰ ਲਵੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡੀ ਧਰਤੀ 'ਤੇ ਹਰ ਪਾਸੇ ਹਰਿਆਵਲ ਹੀ ਹਰਿਆਵਲ ਨਜ਼ਰ ਆਵੇਗੀ। ਅਗਲੇ ਦਿਨ ਮਨੀ ਤੇ ਕਰਨ ਘਰੋਂ ਹਰੇ ਭਰੇ ਪੌਦੇ ਸਕੂਲ 'ਚ ਲਾਉਣ ਲਈ ਲੈ ਤੁਰੇ। ਤਾਂ ਇਸ ਤੋਂ ਅਸੀਂ ਕੀ ਸਿੱਖਿਆ ਕਿ ਪੌਦੇ ਸਾਡੇ ਆਸ-ਪਾਸ ਲਈ, ਵਾਤਾਵਰਨ ਲਈ ਬਹੁਤ ਜ਼ਰੂਰੀ ਹਨ ਅਤੇ ਹੋ ਸਕੇ ਤਾਂ ਸਾਨੂੰ ਆਪਣੇ ਜਨਮ ਦਿਨ ਉੱਤੇ ਹੋਰ ਫਾਲਤੂ ਖਰਚੇ ਕਰਨ ਦੀ ਬਜਾਏ ਪੌਦੇ ਲਾਉਣੇ ਚਾਹੀਦੇ ਹਨ। ਤਾਂ ਆਓ ਬੱਚੇ, ਹੁਣ ਆਪਾਂ ਇਸ ਪਾਠ ਦਾ ਅਭਿਆਸ ਹੱਲ ਕਰਦੇ ਹਾਂ। ਅਭਿਆਸ ਵਿੱਚ ਸਭ ਤੋਂ ਪਹਿਲਾਂ ਹਨ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 1 ਜਾਂ 2 ਸ਼ਬਦਾਂ ਵਿੱਚ ਦਿਓ। ਜਿਸ ਵਿੱਚ ਪਹਿਲਾ ਪ੍ਰਸ਼ਨ ਹੈ, ਮਨੀ ਤੇ ਕਰਨ ਕਿਸ ਸਕੂਲ ਵਿੱਚ ਪੜ੍ਹਦੇ ਸਨ? ਉੱਤਰ ਹੈ ਇੱਕ ਹੀ ਸਕੂਲ ਵਿੱਚ, ਯਾਨੀ ਕਿ ਸੇਮ ਸਕੂਲ ਵਿੱਚ। ਅਗਲਾ ਪ੍ਰਸ਼ਨ, ਕਿਸ ਦਾ ਜਨਮ ਦਿਨ ਪਹਿਲਾਂ ਆਇਆ? ਕਰਨ ਦਾ। ਮਨੀ ਦਾ ਜਨਮ ਦਿਨ ਕਿਸ ਤਰੀਕ ਨੂੰ ਸੀ? ਉੱਤਰ ਹੈ 21 ਜੁਲਾਈ। ਚੌਥਾ ਪ੍ਰਸ਼ਨ, ਸਕੂਲ ਵਿੱਚ ਕਿਹੜਾ ਉਤਸਵ ਮਨਾਇਆ ਜਾਣਾ ਸੀ? ਵਣ ਮਹਾਂ ਉਤਸਵ। ਤੇ ਆਖਰੀ ਪ੍ਰਸ਼ਨ, ਮਨੀ ਨੇ ਆਪਣੇ ਜਨਮ ਦਿਨ 'ਤੇ ਸਕੂਲ ਵਿੱਚ ਕੀ ਲਿਜਾਣ ਦਾ ਫੈਸਲਾ ਕੀਤਾ? ਉੱਤਰ ਰੁੱਖ। ਇਸ ਤੋਂ ਬਾਅਦ ਹੈ ਹੇਠ ਲਿਖੇ ਵਾਕਾਂ ਵਿੱਚ ਠੀਕ ਤੇ ਗਲਤ ਦਾ ਨਿਸ਼ਾਨ ਲਗਾਓ। ਪਹਿਲਾ ਹੈ, ਮਨੀ ਤੇ ਕਰਨ ਵੱਖ-ਵੱਖ ਸਕੂਲਾਂ ਵਿੱਚ ਪੜ੍ਹਦੇ ਸਨ। ਇਹ ਗਲਤ ਹੈ। ਕਰਨ ਨੇ ਆਪਣਾ ਜਨਮ ਦਿਨ ਨਹੀਂ ਮਨਾਇਆ ਸੀ। ਇਹ ਵੀ ਗਲਤ ਹੈ। ਮਨੀ ਨੇ ਸਕੂਲ ਵਿੱਚ ਰੁੱਖਾਂ ਬਾਰੇ ਇੱਕ ਕਵਿਤਾ ਪੜ੍ਹਨੀ ਸੀ। ਸਹੀ। ਰੁੱਖਾਂ ਦਾ ਸਾਡੇ ਜੀਵਨ ਵਿੱਚ ਕੋਈ ਮਹੱਤਵ ਨਹੀਂ। ਗਲਤ। ਤੇ ਆਖਰੀ ਹੈ, ਮਨੀ ਤੇ ਕਰਨ ਸਕੂਲ ਵਿੱਚ ਹਰੇ ਭਰੇ ਪੌਦੇ ਲਾਉਣ ਗਏ। ਸਹੀ। ਤੀਸਰਾ ਹੈ, ਹੇਠ ਲਿਖੇ ਪ੍ਰਸ਼ਨਾਂ ਦੇ 2-3 ਸਤਰਾਂ ਵਿੱਚ ਉੱਤਰ ਦਿਓ। ਜਿਸ ਵਿੱਚ ਪਹਿਲਾ ਹੈ, ਕਰਨ ਨੇ ਆਪਣਾ ਜਨਮ ਦਿਨ ਕਿਵੇਂ ਮਨਾਇਆ? ਕਰਨ ਨੇ ਆਪਣੇ ਜਨਮ ਦਿਨ 'ਤੇ ਆਪਣੇ ਦੋਸਤਾਂ ਨੂੰ ਘਰ ਬੁਲਾ ਕੇ ਖੂਬ ਮੌਜ ਮਸਤੀ ਕੀਤੀ ਸੀ। ਉਸਨੇ ਖਾਣ ਲਈ ਕੇਕ, ਪੇਸਟਰੀਆਂ, ਚਾਕਲੇਟ, ਟਾਫੀਆਂ ਅਤੇ ਹੋਰ ਕਈ ਕੁਝ ਮੰਗਵਾਇਆ ਸੀ। ਦੂਸਰਾ ਪ੍ਰਸ਼ਨ, ਮਨੀ ਆਪਣੇ ਜਨਮ ਦਿਨ ਨੂੰ ਲੈ ਕੇ ਕਿਸ ਤਰ੍ਹਾਂ ਉਤਸੁਕ ਸੀ? ਮਨੀ ਆਪਣੇ ਜਨਮ ਦਿਨ ਨੂੰ ਲੈ ਕੇ ਬਹੁਤ ਉਤਸੁਕ ਸੀ। ਉਹ ਵੀ ਕਰਨ ਦੀ ਤਰ੍ਹਾਂ ਆਪਣੀਆਂ ਸਹੇਲੀਆਂ ਨੂੰ ਘਰ ਬੁਲਾ ਕੇ
ਪੂਰੀ ਧੂਮ-ਧਾਮ ਨਾਲ ਆਪਣਾ ਜਨਮ ਦਿਨ ਮਨਾਉਣਾ ਚਾਹੁੰਦੀ ਸੀ। ਅਗਲਾ ਪ੍ਰਸ਼ਨ ਹੈ, ਅਧਿਆਪਕ ਗੁਰਦੀਪ ਜੀ ਨੇ ਆਪਣੇ ਭਾਸ਼ਣ ਵਿੱਚ ਰੁੱਖਾਂ ਦੀ ਕੀ ਮਹੱਤਤਾ ਦੱਸੀ? ਉਹਨਾਂ ਨੇ ਦੱਸਿਆ ਕਿ ਰੁੱਖਾਂ ਤੋਂ ਬਿਨਾਂ ਸਾਡਾ ਜੀਵਨ ਅਧੂਰਾ ਹੈ। ਰੁੱਖ ਸਾਨੂੰ ਫਲ ਅਤੇ ਠੰਡੀਆਂ ਛਾਵਾਂ ਦਿੰਦੇ ਹਨ। ਰੁੱਖ ਲਗਾਉਣ ਨਾਲ ਹੀ ਸਾਨੂੰ ਸ਼ੁੱਧ ਵਾਤਾਵਰਨ ਮਿਲ ਸਕੇਗਾ। ਚੌਥਾ ਪ੍ਰਸ਼ਨ, ਮਨੀ ਨੇ ਆਪਣਾ ਜਨਮ ਦਿਨ ਕਿਸ ਤਰ੍ਹਾਂ ਮਨਾਉਣ ਦੀ ਸੋਚੀ? ਮਨੀ ਨੇ ਆਪਣੇ ਜਨਮ ਦਿਨ 'ਤੇ ਸਕੂਲ ਵਿੱਚ ਪੌਦੇ ਲਗਾ ਕੇ ਮਨਾਉਣ ਦੀ ਸੋਚੀ। ਅਤੇ ਆਖਰੀ ਪ੍ਰਸ਼ਨ, ਮਨੀ ਦੇ ਪਾਪਾ ਨੇ ਮਨੀ ਨੂੰ ਸ਼ਾਬਾਸ਼ ਦਿੰਦਿਆਂ ਕੀ ਕਿਹਾ? ਉਹਨਾਂ ਨੇ ਮਨੀ ਨੂੰ ਸ਼ਾਬਾਸ਼ ਦਿੰਦੇ ਕਿਹਾ ਕਿ ਜੇ ਉਸ ਵਾਂਗ ਹਰ ਬੱਚਾ ਆਪਣੇ ਜਨਮ ਦਿਨ 'ਤੇ ਇੱਕ ਪੌਦਾ ਲਾਉਣ ਦਾ ਪ੍ਰਣ ਕਰ ਲਵੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡੀ ਧਰਤੀ 'ਤੇ ਹਰ ਪਾਸੇ ਹਰਿਆਵਲ ਨਜ਼ਰ ਆਵੇਗੀ। ਇਹਨਾਂ ਪ੍ਰਸ਼ਨ ਉੱਤਰਾਂ ਤੋਂ ਬਾਅਦ ਸਾਡਾ ਅਗਲਾ ਹੈ, ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ, ਜਿਸ ਵਿੱਚ ਪਹਿਲਾ ਸ਼ਬਦ ਹੈ ਧੂਮ-ਧਾਮ। ਕਰਨ ਨੇ ਆਪਣਾ ਜਨਮ ਦਿਨ ਧੂਮ-ਧਾਮ ਨਾਲ ਮਨਾਇਆ। ਅਗਲਾ ਸ਼ਬਦ ਹੈ ਪ੍ਰਣ। ਬੱਚਿਆਂ ਨੇ ਪੌਦੇ ਲਗਾਉਣ ਦਾ ਪ੍ਰਣ ਲਿਆ। ਤੀਸਰਾ ਹੈ ਫਜ਼ੂਲ। ਫਜ਼ੂਲ ਖਰਚੀ ਨਾ ਕਰੋ। ਚੌਥਾ ਗਤੀਵਿਧੀ। ਸਕੂਲ ਦੀ ਹਰ ਗਤੀਵਿਧੀ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਅਤੇ ਪੰਜਵਾਂ ਹੈ ਉਤਸਵ। ਸਕੂਲ ਵਿੱਚ ਵਣ ਮਹਾਂ ਉਤਸਵ ਮਨਾਇਆ ਗਿਆ। ਅਗਲਾ ਪ੍ਰਸ਼ਨ ਹੈ, ਵਾਕਾਂ ਵਿੱਚ ਆਏ ਸ਼ਬਦਾਂ ਵਿੱਚ ਕਿਰਿਆ ਸ਼ਬਦ ਚੁਣੋ। ਤਾਂ ਪਹਿਲਾ ਵਾਕ ਹੈ, ਮਨੀ ਦੀ ਮੰਮੀ ਰਸੋਈ ਵਿੱਚ ਕੰਮ ਕਰਦੀ ਸੀ। ਤਾਂ ਤੁਹਾਨੂੰ ਪਤਾ ਹੀ ਹੈ ਕਿਰਿਆ ਦਾ ਮਤਲਬ ਕੰਮ। ਜਿਹੜੇ ਸ਼ਬਦ ਕਿਸੇ ਕੰਮ ਦਾ ਹੋਣਾ ਜਾਂ ਕਰਨਾ ਦਿਖਾਉਣ ਉਹਨਾਂ ਨੂੰ ਕਿਰਿਆ ਕਹਿੰਦੇ ਹਨ। ਤਾਂ ਇਸ ਵਿੱਚ ਕੀ ਹੈ? ਕੰਮ ਕਰਦੀ ਸੀ। ਅਗਲਾ, ਮੈਂ ਪਾਪਾ ਨਾਲ ਗੱਲ ਕਰਾਂਗੀ। ਤਾਂ ਇਸ ਵਿੱਚ ਕਿਹੜਾ ਸ਼ਬਦ ਹੈ? ਕਰਾਂਗੀ। ਅੱਗੇ, ਮੈਂ ਵੀ ਰੁੱਖਾਂ ਬਾਰੇ ਇੱਕ ਕਵਿਤਾ ਪੜ੍ਹਨੀ ਹੈ। ਇਸ ਵਿੱਚ ਕਿਰਿਆ ਸ਼ਬਦ ਹੈ ਪੜ੍ਹਨੀ ਹੈ। ਚੌਥਾ ਵਾਕ ਹੈ, ਮਨੀ ਤੇ ਕਰਨ ਆਪਣੀਆਂ ਜਮਾਤਾਂ ਵਿੱਚ ਚਲੇ ਗਏ। ਅਤੇ ਆਖਰੀ ਵਾਕ, ਬੇਸਮਝ ਲੋਕ ਰੁੱਖਾਂ ਨੂੰ ਕੱਟਦੇ ਹਨ। ਇਸ ਵਿੱਚ ਹੈ ਕੱਟਦੇ ਹਨ ਕਿਰਿਆ ਸ਼ਬਦ। ਅੱਗੇ ਸਾਡੇ ਕੋਲ ਹੈ ਸ਼ੁੱਧ ਕਰਕੇ ਲਿਖੋ, ਜਿਸ ਵਿੱਚ ਤੁਹਾਨੂੰ ਗਲਤ ਸ਼ਬਦ ਜੋੜ ਦਿੱਤੇ ਗਏ ਹਨ ਅਤੇ ਤੁਸੀਂ ਸਹੀ ਸ਼ਬਦ ਜੋੜ ਪਾਠ ਵਿੱਚੋਂ ਲੱਭ ਕੇ ਲਿਖਣੇ ਹਨ। ਤੁਹਾਡੇ ਲਈ ਸਹੀ ਸ਼ਬਦ ਜੋੜ ਮੈਂ ਵੀ ਦਿੱਤੇ ਹਨ। ਇਹ ਸ਼ਬਦ ਹਨ ਵਾਤਾਵਰਨ, ਕੋਸ਼ਿਸ਼, ਠੰਡੀਆਂ, ਕਾਗਜ਼ ਅਤੇ ਪਰਦਿਆਂ। ਇਸ ਤੋਂ ਬਾਅਦ ਸਾਡੇ ਕੋਲ ਹੈ ਹੇਠ ਲਿਖੇ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਖੋ, ਜਿਸ ਵਿੱਚ ਪਹਿਲਾ ਸ਼ਬਦ ਹੈ ਭੈਣ, ਜਿਸ ਨੂੰ ਹਿੰਦੀ ਵਿੱਚ ਲਿਖਾਂਗੇ ਬਹਿਨ ਤੇ ਅੰਗਰੇਜ਼ੀ ਵਿੱਚ ਸਿਸਟਰ, SISTER। ਅਗਲਾ ਹੈ ਚੀਜ਼ਾਂ, ਹਿੰਦੀ ਵਿੱਚ ਚੀਜ਼ें ਤੇ ਅੰਗਰੇਜ਼ੀ ਵਿੱਚ ਥਿੰਗਸ, THINGS। ਮੋਮਬੱਤੀ, ਹਿੰਦੀ ਵਿੱਚ ਮੋਮਬੱਤੀ ਔਰ ਅੰਗਰੇਜ਼ੀ ਵਿੱਚ ਕੈਂਡਲ, CANDLE। ਪੌਦਾ, ਹਿੰਦੀ ਵਿੱਚ ਪੌਦਾ ਤੇ ਅੰਗਰੇਜ਼ੀ ਵਿੱਚ ਪਲਾਂਟ, PLANT। ਹਰਾ, ਹਿੰਦੀ ਵਿੱਚ ਹਰਾ, ਅੰਗਰੇਜ਼ੀ ਵਿੱਚ ਗ੍ਰੀਨ, GREEN। ਤਾਂ ਬੱਚਿਓ, ਇਹ ਸੀ ਤੁਹਾਡਾ ਪਾਠ ਹਰਿਆਵਲ। ਇਸ ਤੋਂ ਤੁਹਾਨੂੰ ਪੌਦਿਆਂ ਦੀ ਮਹੱਤਤਾ ਬਾਰੇ ਤਾਂ ਪਤਾ ਲੱਗ ਹੀ ਗਿਆ। ਹੁਣ ਮੈਨੂੰ ਉਮੀਦ ਹੈ ਕਿ ਤੁਸੀਂ ਵੀ ਆਪਣੇ ਜਨਮ ਦਿਨ ਉੱਤੇ ਪੌਦੇ ਲਗਾਓਗੇ। ਅਤੇ ਅਭਿਆਸ ਤਾਂ ਹੁਣ ਇਸ ਦਾ ਹੱਲ ਕਰਨਾ ਕੋਈ ਮੁਸ਼ਕਿਲ ਗੱਲ ਰਹੀ ਹੀ ਨਹੀਂ। ਤੁਹਾਨੂੰ ਸਾਰਾ ਅਭਿਆਸ ਹੱਲ ਕਰਵਾ ਦਿੱਤਾ ਹੈ। ਮੈਨੂੰ ਕਮੈਂਟਸ ਵਿੱਚ ਜ਼ਰੂਰ ਦੱਸਿਓ ਕਿ ਤੁਸੀਂ ਇਸ ਕਹਾਣੀ ਤੋਂ ਬਾਅਦ ਕੋਈ ਪੌਦਾ ਲਗਾਇਆ ਕਿ ਨਹੀਂ। ਤੁਹਾਡਾ ਅਗਲਾ ਪਾਠ ਲੈ ਕੇ ਬਹੁਤ ਜਲਦੀ ਫਿਰ ਤੋਂ ਆਵਾਂਗੇ। ਉਦੋਂ ਤੱਕ ਦਿਓ ਇਜਾਜ਼ਤ। ਧੰਨਵਾਦ।